ਇਸ ਸੰਸਾਰ ਦੇ ਉੱਤੇ ਪਰਿਵਾਰ ਦੇ ਵਿੱਚ ਪਿਆ ਹੋਇਆ ਕਲੇਸ਼ ਨਰਕ ਸਮਾਨ ਹੈ, ਜਿੱਥੇ ਹਰ ਵੇਲੇ ਜੁੱਤੀਓ ਜੁੱਤੀ ਗਾਲੀਓ ਗਾਲੀ ਤਾਨੇ ਮਿਹਣੇ ਚੱਲਦੇ ਨੇ। ਉਹ ਨਰਕ ਤੋਂ ਘੱਟ ਨਹੀਂ ਹੈਗਾ। ਉਸ ਥਾਂ ਅਗਲਾ ਨਰਕ ਤੇ ਉੱਥੇ ਜਾ ਕੇ ਪਤਾ ਲੱਗਦਾ ਇੱਥੇ ਵੀ ਨਰਕ ਸਮਾਨ ਹੈ। ਇੱਕ ਦੂਸਰੇ ਦੀ ਗੱਲ ਮੰਨਣੀ ਸ਼ੁਰੂ ਕਰ ਦੇਈਏ, ਆਪੇ ਕਲੇਸ਼ ਮੁੱਕ ਜਾਣਗੇ। ਕਲੇਸ਼ ਮੁੱਕ ਜਾਣਗੇ ਤੇ ਸ਼ਾਂਤੀ ਹੋ ਜਾਏ। ਅਸੁਨ ਪ੍ਰੇਮ ਉਮਾਹੜਾ, ਕਿਉਂ ਮਿਲਿਆ ਹਰ ਜਾਏ। ਅੱਸੂ ਦੇ ਮਹੀਨੇ ਦੇ ਵਿੱਚ ਪ੍ਰੇਮ ਦੀ ਉਮੰਗ ਬੜੀ ਪ੍ਰਬਲ ਹੈ। ਅਸੁਨ ਪ੍ਰੇਮ ਉਮਾਹੜਾ, ਕਿ ਕਿਵੇਂ ਪ੍ਰਭੂ ਨਾਲ ਮੇਰਾ ਮਿਲਾਪ ਹੋਵੇ। ਹੁਣ ਸਾਧ ਸੰਗਤ ਜੀ, ਪ੍ਰਭੂ ਨਾਲ ਮਿਲਾਪ ਦੀ ਗੱਲ ਤੇ ਬੜੀ ਉੱਚੀ ਹੈ ਔਰ ਬੜੀ ਔਖੀ ਵੀ ਹੈ। ਉਹਦੇ ਲਈ ਤਾਂ ਬਹੁਤ ਮਿਹਨਤ ਕਰਨੀ ਪੈਂਦੀ ਹੈ, ਬੜਾ ਲੰਬਾ ਸਮਾਂ ਲੱਗਦਾ। ਪਰ ਆਪਾਂ ਨੂੰ ਤਾਂ ਪੱਪਾ ਪ੍ਰਭੂ ਤੇ ਪੱਪਾ ਪਰਿਵਾਰ, ਪਰਿਵਾਰ ਨਾਲ ਹੀ ਸਾਡਾ ਤਾਂ ਪ੍ਰੇਮ ਨਹੀਂ ਹੁੰਦਾ। ਤੇ ਪਰਿਵਾਰ ਨਾਲ ਪ੍ਰੇਮ ਦੀ ਉਮੰਗ ਜਿਹੜੀ ਹੈ ਸਾਡੇ, ਉਹ ਕੁਛ ਉਪਜਦੀ ਵੀ ਨਹੀਂ ਇੰਨੀ। ਸਾਡੇ ਮਨ 'ਚ ਬਹੁਤੀ ਇੱਛਾ ਵੀ ਨਹੀਂ ਹੁੰਦੀ ਕਿ ਅਸੀਂ ਪਰਿਵਾਰ ਨਾਲ ਪ੍ਰੇਮ ਕਰੀਏ। ਜਦੋਂ ਪਰਿਵਾਰ ਨਾਲ ਪ੍ਰੇਮ ਕਰਨ ਦੀ ਇੱਛਾ ਨਹੀਂ ਹੁੰਦੀ, ਫਿਰ ਆਪਾਂ ਪ੍ਰੇਮ ਕਰਨ ਦੇ ਯਤਨ ਵੀ ਨਹੀਂ ਕਰਦੇ, ਮਿਲਾਪ ਦੇ ਯਤਨ ਵੀ ਨਹੀਂ ਕਰਦੇ। ਵੈਸੇ ਪ੍ਰੇਮ ਬੜਾ ਵਿਆਪਕ ਸ਼ਬਦ ਹੈ, ਜਿਹਦੇ ਵਿੱਚ ਬੜੀਆਂ ਲੰਮੀਆਂ ਚੌੜੀਆਂ ਉਡਾਰੀਆਂ ਸੰਸਾਰ ਦੇ ਵਿੱਚ ਲੋਕਾਂ ਨੇ ਲਈਆਂ ਨੇ ਤੇ ਬੜੀ ਵਿਆਖਿਆ ਕੀਤੀ ਹੈ। ਪਰ ਸੰਪੂਰਨ ਵਿਆਖਿਆ, ਸੰਪੂਰਨ ਗਿਆਨ, ਸਰਵਮਾਨਯ ਵਿਆਖਿਆ ਕਿਸੇ ਤੋਂ ਅਜੇ ਤੱਕ ਹੋ ਨਹੀਂ ਸਕੀ। ਇਸੇ ਕਰਕੇ ਸੱਚੇ ਪਾਤਸ਼ਾਹ ਜੀ ਨੇ ਇਹ ਬਚਨ ਉਚਾਰੇ ਹੋਏ ਨੇ ਔਰ ਗੁਰਬਾਣੀ ਦੇ ਵਿੱਚ ਵੀ ਇਹ ਲਿਖਿਆ ਹੋਇਆ, 2.5 ਅੱਖਰ ਪ੍ਰੇਮ ਕੇ ਪੜ੍ਹੇ ਸੋ ਪੰਡਿਤ ਹੋਏ। ਅੱਧਾ ਰਾਰਾ ਜਿਹੜਾ ਨਾ, ਉਹਦੇ ਕਰਕੇ ਇਹਨੂੰ ਲਿਖਿਆ ਹੈ ਕਿ 2.5 ਅੱਖਰ ਨੇ ਇਹਦੇ। ਜਿਹੜਾ ਪੜ੍ਹ ਲਵੇ ਫਿਰ ਉਹ ਪੂਰਾ ਹੀ ਵਿਦਵਾਨ ਹੋ ਜਾਂਦਾ ਹੈ। ਪੰਡਿਤ ਤੋਂ ਇੱਥੇ ਭਾਵ ਬ੍ਰਾਹਮਣ ਜਾਤੀ ਤੋਂ ਨਹੀਂ, ਇੱਥੇ ਪੰਡਿਤ ਤੋਂ ਭਾਵ ਪੂਰਨ ਗਿਆਨੀ ਤੋਂ ਹੈ। ਨਾ ਉਹ 2.5 ਅੱਖਰ ਕਿਸੇ ਤੋਂ ਪੜ੍ਹੇ ਜਾਣ ਤੇ ਨਾ ਕੋਈ ਪੂਰਨ ਗਿਆਨੀ ਬਣੇ। ਇਸ ਕਰਕੇ ਪੱਪਾ ਪ੍ਰੇਮ, ਪੱਪਾ ਪੂਰਨ, ਪੱਪਾ ਪ੍ਰਭੂ ਤੇ ਪੱਪਾ ਹੀ ਪਰਿਵਾਰ। ਆਪਾਂ ਪਰਿਵਾਰ ਦੇ ਵਿੱਚ ਤੇ ਪ੍ਰੇਮ ਦਾ ਕੁਛ ਪ੍ਰੇਮ ਦਾ ਆਪਾਂ ਪ੍ਰਵਾਹ, ਪੱਪਾ ਪ੍ਰਵਾਹ ਉਹ ਚਲਾਈਏ। ਉਹਦੇ ਨਾਲ, ਪ੍ਰੇਮ ਦੇ ਪ੍ਰਵਾਹ ਦੇ ਨਾਲ ਜਿਹੜੀ ਕਲੇਸ਼ ਦੀ ਪ੍ਰਚੰਡ ਅਗਨੀ ਹੈ, ਉਹ ਕੁਛ ਤਾਂ ਸ਼ਾਂਤ ਹੋਵੇਗੀ। ਕਰਕੇ ਵੇਖੋ, ਨੁਕਸਾਨ ਨਹੀਂ ਹੋਣ ਵਾਲਾ। ਪ੍ਰੇਮ ਅਨੇਕ ਪ੍ਰਕਾਰ ਦਾ, ਦੇਸ਼ ਪ੍ਰੇਮ, ਪ੍ਰਭੂ ਪ੍ਰੇਮ, ਪਤੀ ਪ੍ਰੇਮ, ਪਤਨੀ ਪ੍ਰੇਮ, ਪੁੱਤਰ ਪ੍ਰੇਮ, ਅਨੇਕ ਪ੍ਰਕਾਰ ਦਾ। ਇਹਦੀ ਸੰਪੂਰਨ ਵਿਆਖਿਆ ਨਹੀਂ ਹੋ ਸਕਦੀ, ਪਰ ਆਪਾਂ ਜਿੰਨਾ ਕੁ ਵੀ ਕਿਸੇ ਨਾਲ ਕਰ ਸਕੀਏ ਓਨਾ ਕੀ ਕਰੀਏ। ਕਿਉਂਕਿ ਪ੍ਰੇਮ ਇੱਕ ਐਸਾ ਹਥਿਆਰ ਹੈ ਜਿਹਦੇ ਵਾਸਤੇ 10ਵੇਂ ਪਾਤਸ਼ਾਹ ਜੀ ਦਾ ਬਚਨ ਹੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜੇ ਪ੍ਰੇਮ ਕੀਤਿਆਂ ਪ੍ਰਭੂ ਦੀ ਪ੍ਰਾਪਤੀ ਹੋ ਸਕਦੀ ਹੈ, ਪੱਪਾ ਪ੍ਰਭੂ ਤੇ ਪੱਪਾ ਪਰਿਵਾਰ ਦੀ ਪ੍ਰਾਪਤੀ ਵੀ ਤਾਂ ਹੋ ਸਕਦੀ ਹੈ, ਪਰ ਆਪਾਂ ਕਰਦੇ ਨਹੀਂ। ਆਪਾਂ ਯਤਨ ਵੀ ਨਹੀਂ ਕਰਦੇ। ਕਰਨ ਦੀ ਲੋੜ ਹੈ। ਜਿੰਨਾ ਕੁ ਕਰਾਂਗੇ ਓਨਾ ਕੁ ਸੁੱਖ ਮਿਲੇਗਾ। ਤੇ ਸਾਰੇ ਹੀ ਕਰਨ, ਇੱਕ ਪਾਸਿਓਂ ਨਹੀਂ। ਹਾਲਾਂਕਿ ਪ੍ਰੇਮ ਇੱਕ ਪਾਸਿਓਂ ਵੀ ਹੁੰਦਾ। ਮੀਰਾ ਘੁੰਗਰੂ ਬਾਂਧ ਕਰ ਨਾਚੀੜੇ। ਮੀਰਾ ਜੀ ਨੱਚਦੇ ਸੀ ਔਰ ਉਹ ਭਗਵਾਨ ਦੀ ਮੂਰਤੀ ਸੀ ਨਾ, ਜਿਹਦੇ ਸਾਹਮਣੇ ਨੱਚਦੇ ਸੀ। ਤੇ ਉੱਥੇ ਭਗਵਾਨ ਅੱਗੋਂ ਮੂਰਤੀ ਰੂਪ ਦੇ ਵਿੱਚ ਉਹ ਵਿਰਾਜਮਾਨ ਸੀ। ਭਾਵੇਂ ਉਹ ਸਰਵ ਵਿਆਪਕ ਹੈ, ਪਰ ਅੱਗੋਂ ਵਾਪਸ ਪ੍ਰੇਮ ਕਰਨ ਵਾਲਾ ਕੋਈ ਨਹੀਂ ਸੀ। ਸੋ ਇਸ ਕਰਕੇ ਪ੍ਰੇਮ ਦੇ ਅਨੇਕ ਰੂਪ ਨੇ ਔਰ ਸਮੇਂ ਨਾਲ ਪ੍ਰੇਮ ਦੀ ਵਿਆਖਿਆ ਬਦਲਦੀ ਹੈ। ਕਿਸੇ ਵੀ ਮਨੁੱਖ ਦੀ
ਮਨ ਦੀ ਪਰਿਸਥਿਤੀ ਕਦੀ ਇੱਕੋ ਜਿਹੀ ਨਹੀਂ ਰਹਿੰਦੀ, ਮਨ ਦੇ ਵਿਚਾਰ ਇੱਕੋ ਜਿਹੇ ਨਹੀਂ ਰਹਿੰਦੇ। ਸਾਡੀਆਂ ਪਰਿਸਥਿਤੀਆਂ, ਸਾਡੇ ਹਾਲਾਤ ਵੀ ਸਦਾ ਹੀ ਪਰਿਵਰਤਿਤ ਹੁੰਦੇ ਨੇ, ਬਦਲਦੇ ਨੇ। ਇਸੇ ਤਰ੍ਹਾਂ ਮਨ ਦੇ ਵਿਚਾਰ ਵੀ ਬਦਲਦੇ ਨੇ, ਲਗਾਤਾਰ ਹੀ ਬਦਲਦੇ ਨੇ, ਪਰ ਸਾਨੂੰ ਪਤਾ ਨਹੀਂ ਲੱਗਦਾ। ਦੂਜਿਆਂ ਬਾਰੇ ਤਾਂ ਪਤਾ ਲੱਗਦਾ, ਆਪਣੇ ਬਾਰੇ ਨਹੀਂ ਪਤਾ ਲੱਗਦਾ। ਸੋ ਇੱਕ ਪਾਸੜ ਪ੍ਰੇਮ ਵੀ ਹੈ ਅਤੇ ਦੋ ਪਾਸੇ ਦਾ ਪ੍ਰੇਮ ਵੀ ਹੈ, ਅਤੇ ਪ੍ਰੇਮ ਦੇ ਕਈ ਰੂਪ ਨੇ। ਸੱਚੇ ਪਾਤਸ਼ਾਹ ਨੇ, ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੇ ਵਿੱਚ ਕ੍ਰਿਸ਼ਨ ਅਵਤਾਰ ਦੇ ਵਿੱਚ ਇੱਕ ਸਵਈਆ ਲਿਖਦੇ ਨੇ। ਜਿਹੜੇ ਵੀ ਸੱਜਣਾਂ ਨੂੰ ਪ੍ਰੇਮ ਦੀ ਕੁਛ ਜਾਣਕਾਰੀ ਚਾਹੀਦੀ ਹੋਵੇ, ਉਹ ਉਹਨੂੰ ਪੜ੍ਹੋ, ਨਾਲੇ ਕਵਿਤਾ ਦਾ ਆਨੰਦ ਮਾਣੋ ਅਤੇ ਨਾਲੇ ਉਸ ਬਾਣੀ ਨੂੰ ਪੜ੍ਹ ਕੇ ਸ਼ਰਧਾ ਨਾਲ ਬਾਣੀ ਦਾ ਵੀ ਆਨੰਦ ਲਓ। ਬੜੇ ਗਿਆਨਪੂਰਵਕ ਬਾਣੀ ਹੈ ਔਰ ਬੜੀ ਪ੍ਰੇਮ ਦੀ ਭਿੱਜੀ ਹੋਈ ਹੈ। ਭਗਵਾਨ ਕ੍ਰਿਸ਼ਨ ਜੀ ਅਤੇ ਗੋਪੀਆਂ ਦਾ ਪ੍ਰੇਮ, ਉਹਦੇ ਵਿੱਚ ਵਿਆਖਿਆ ਕੀਤੀ ਹੋਈ ਹੈ। ਉਸ ਕ੍ਰਿਸ਼ਨ ਅਵਤਾਰ ਦੇ ਵਿੱਚ ਇੱਕ ਸਵਈਆ ਸੱਚੇ ਪਾਤਸ਼ਾਹ ਲਿਖਦੇ ਨੇ। ਜਿਹੜੇ ਆਪਣੇ ਗੁਰਬਾਣੀ ਦੇ ਵਿੱਚ ਖੋਜ ਕਰਨੀ ਚਾਹੁਣ, ਗੁਰਬਾਣੀ ਐਪ ਦੇ ਵਿੱਚ ਉਹ ਇਹਦੇ ਤੋਂ ਖੋਜ ਕਰ ਸਕਦੇ ਨੇ। ਅਥ ਚਤੁਰ ਪੁਰਖ ਭੇਦ ਕਥਨੰ। ਉੱਥੇ ਪਹਿਲੀ ਤੋਂ ਕਿ ਨਰ ਏਕ ਅਕੀਨ ਹੀ ਪ੍ਰੀਤ ਕਰੈ, ਨਰ ਏਕ ਅਕੀਨ ਹੀ ਪ੍ਰੀਤ ਕਰੈ, ਇੱਕ ਕੀਨ ਕਰੈ, ਇੱਕ ਕੀਨ ਜੋ ਜਾਣੈ। ਇੱਕ ਉਹ ਨੇ ਜਿਹੜੇ ਬਿਨਾਂ ਕਿਸੇ ਦੇ ਕੀਤੇ ਤੋਂ ਹੀ ਇੱਕ ਤਰਫਾ ਪਿਆਰ ਕਰੀ ਜਾਂਦੇ ਨੇ। ਯਾਰ ਏਕ ਅਕੀਨ ਹੀ ਪ੍ਰੀਤ ਕਰੈ, ਉਹ ਬਿਨਾਂ ਕਿਸੇ ਦੇ ਕੀਤੇ ਤੋਂ ਕਰੀ ਜਾਂਦੇ ਨੇ, ਅਗਲਾ ਕਰੇ ਜਾਂ ਨਾ ਕਰੇ। ਕਿਉਂਕਿ ਦੇਸ਼, ਜਿਵੇਂ ਦੇਸ਼ ਤਾਂ ਮਿੱਟੀ ਦਾ ਟੁਕੜਾ ਹੈ ਨਾ, ਦੇਸ਼ ਤਾਂ ਨਹੀਂ ਅੱਗੋਂ ਕਰਦਾ ਕਿਸੇ ਨੂੰ, ਪਰ ਜਿਹੜੇ ਦੇਸ਼ ਵਾਸਤੇ ਜਾਨ ਦੇ ਦਿੰਦੇ ਨੇ, ਆਪਣਾ ਸਾਰਾ ਪਰਿਵਾਰ, ਆਪਣਾ ਧਨ ਦੌਲਤ ਸਭ ਕੁਛ ਵਾਰ ਦਿੰਦੇ ਨੇ। ਨਰ ਏਕ ਅਕੀਨ ਹੀ ਪ੍ਰੀਤ ਕਰੈ, ਇੱਕ ਕੀਨ ਕਰੈ। ਇੱਕ ਪ੍ਰੇਮ ਕੀਤੇ ਹੋਏ ਨੂੰ ਜਾਣਦੇ ਨੇ, ਮਹਿਸੂਸ ਕਰਦੇ ਨੇ, ਅਤੇ ਉਹਦੇ ਅੱਗੋਂ ਇੰਨਾ ਕੁ ਦੱਸਦੇ ਨੇ ਕਿ ਹਾਂ ਤੂੰ ਮੈਨੂੰ ਪ੍ਰੇਮ ਕਰਦਾ ਅਤੇ ਠੀਕ ਹੈ, ਚੰਗੀ ਗੱਲ ਹੈ। ਜਾਂ ਕੀਤੇ ਹੋਏ ਦੇ ਅੱਗੋਂ ਫਿਰ ਉਹ ਪ੍ਰੇਮ ਨੂੰ ਪ੍ਰੇਮ ਪ੍ਰਤੀ ਪ੍ਰੇਮ ਕਰਦੇ ਨੇ। ਅਤੇ ਇੱਕ ਉਹ ਨੇ ਨਰ ਏਕ ਅਕੀਨ ਹੀ ਪ੍ਰੀਤ ਕਰੈ, ਇੱਕ ਕੀਨ ਕਰੈ। ਇੱਕ ਉਹ ਨੇ ਜਿਹੜੇ ਕੀਤੇ ਹੋਏ ਪ੍ਰੇਮ ਦਾ ਉਪਕਾਰ ਜਾਣਦੇ ਨੇ, ਪ੍ਰੇਮ ਨਹੀਂ ਕਰਦੇ, ਪਰ ਉਹ ਕੀਤੇ ਹੋਏ ਪ੍ਰੇਮ ਦਾ ਉਪਕਾਰ ਜਾਣਦੇ ਨੇ ਅਤੇ ਉਹਨੂੰ ਅੱਗੋਂ ਕੁਛ ਦਿੰਦੇ ਵੀ ਨੇ ਪ੍ਰੇਮ ਕਰਨ ਵਾਲੇ ਨੂੰ, ਪਰ ਉਹ ਪ੍ਰੇਮ ਨਹੀਂ ਕਰਦੇ। ਉਹ ਮਹਿਸੂਸ ਕਰਦੇ ਨੇ ਕਿ ਮੈਨੂੰ ਕੋਈ ਪ੍ਰੇਮ ਕਰਦਾ, ਠੀਕ ਹੈ ਬਈ, ਚੰਗੀ ਗੱਲ ਹੈ। ਸੋ ਇਹ ਤਿੰਨ ਤਰ੍ਹਾਂ ਦੀ ਵਿਆਖਿਆ ਸੱਚੇ ਪਾਤਸ਼ਾਹ ਨੇ ਕੀਤੀ ਹੈ। ਨਰ ਏਕ ਅਕੀਨ ਹੀ ਪ੍ਰੀਤ ਕਰੈ, ਇੱਕ ਕੀਨ ਕਰੈ, ਇੱਕ ਕੀਨ ਜੋ ਜਾਣੈ। ਭਾਵ ਕੀਤੀ ਹੋਈ ਨੂੰ ਜਾਣਦੇ ਨੇ। ਅਤੇ ਅਗਲੀ ਤੁਕ ਬੜੀ ਹੀ ਰੋਚਕ ਹੈ। ਉਹਦੇ ਵਿੱਚ ਸੱਚੇ ਪਾਤਸ਼ਾਹ ਬਚਨ ਕਰਦੇ ਨੇ, ਸੋ ਨਰ ਮੂੜ ਬਿਖੈ ਕਹੀਐ ਜਗ, ਸੋ ਨਰ ਮੂੜ ਬਿਖੈ ਕਹੀਐ ਜਗ। ਜੱਗ ਦੇ ਵਿੱਚ, ਸੰਸਾਰ ਵਿੱਚ ਉਹਨਾਂ ਲੋਕਾਂ ਨੂੰ ਮਹਾਮੂਰਖ ਕਿਹਾ ਜਾਂਦਾ ਹੈ। ਕਿਹੜਿਆਂ ਨੂੰ? ਜੋ ਨਰ ਰੰਚ ਨਾ ਪ੍ਰੀਤ ਪਛਾਨੈ। ਜਿਹੜੇ ਰੰਚ ਭਾਵ ਜਰਾ ਕੁ ਵੀ, ਜਿਹੜੇ ਪ੍ਰੇਮ ਨੂੰ ਪਹਿਚਾਨਦੇ ਨਹੀਂ, ਜਿਨ੍ਹਾਂ ਦੇ ਅੰਦਰ ਪ੍ਰੇਮ ਹੀ ਨਹੀਂ ਹੈਗਾ, ਜਿਨ੍ਹਾਂ ਨੂੰ ਉੱਕਾ ਹੀ ਪਹਿਚਾਣ ਨਹੀਂ ਪ੍ਰੇਮ ਦੀ, ਉਹ ਮਹਾਮੂਰਖ ਕਿਹਾ ਇੱਥੇ ਸੱਚੇ ਪਾਤਸ਼ਾਹ ਨੇ। ਸੋ ਇਹ ਚਰਚਾ ਭਗਵਾਨ ਸ਼੍ਰੀ ਕ੍ਰਿਸ਼ਨ ਚੰਦਰ ਜੀ ਦੁਆਪਰ ਦੇ ਸਤਿਗੁਰੂ ਗੋਪੀਆਂ ਦੇ ਨਾਲ ਕਰਦੇ ਪਏ ਨੇ। ਸੋ ਸਾਧ ਸੰਗਤ ਜੀ, ਇਸ ਕਰਕੇ ਪ੍ਰੇਮ ਦੇ ਕਈ ਰੂਪ ਨੇ
ਅਤੇ ਪ੍ਰੇਮ ਦੇ ਨਾਲ ਹੀ ਸੰਸਾਰ ਵੱਜਾ ਤੁਰਿਆ ਆਉਂਦਾ। ਜਿੰਨਾ ਕੁ ਪ੍ਰੇਮ ਆਪਾਂ ਵਧਾ ਲਵਾਂਗੇ ਓਨੇ ਕੁ ਆਪਾਂ ਵੀ ਸੁਖੀ ਹੋ ਜਾਵਾਂਗੇ। ਜਿੱਥੇ ਪ੍ਰੇਮ ਆਉਂਦਾ ਉੱਥੇ ਸੁੱਖ ਹੀ ਸੁੱਖ ਹੈ। ਇੱਕ ਥਾਂ 'ਤੇ ਆਦਿ ਬਾਣੀ ਵਿੱਚ ਸਤਿਗੁਰੂ ਜੀ ਨੇ ਲਿਖਿਆ ਹੋਇਆ, ਪ੍ਰੇਮ ਪਦਾਰਥ ਪਾਈਐ, ਪ੍ਰੇਮ ਪਦਾਰਥ ਪਾਈਐ ਗੁਰਮੁਖ ਤਤ ਵਿਚਾਰ। ਹੁਣ ਪ੍ਰੇਮ ਪਦਾਰਥ ਦੀ ਪ੍ਰਾਪਤੀ, ਪੱਪਾ ਪ੍ਰੇਮ, ਪੱਪਾ ਪਦਾਰਥ ਤੇ ਪੱਪਾ ਪ੍ਰਾਪਤੀ। ਪ੍ਰੇਮ ਪਦਾਰਥ ਪਾਈਐ ਗੁਰਮੁਖ ਤਤ ਵਿਚਾਰ। ਉਹ ਤੱਤ ਨੂੰ ਵਿਚਾਰਨਾ ਜਿਹੜਾ ਨਾ ਉਹ ਅਤਿਅੰਤ ਆਵਸ਼ਕ ਹੈ, ਉਹ ਬਹੁਤ ਜ਼ਰੂਰੀ ਹੈ ਕਿ ਕੌਣ ਮੈਨੂੰ ਪ੍ਰੇਮ ਕਰਦਾ ਅਤੇ ਮੈਂ ਕਿੰਨਾ ਕੁ ਕਿਸੇ ਨੂੰ ਕਰਦਾ, ਔਰ ਪ੍ਰੇਮ ਕਿਸ ਤਰ੍ਹਾਂ ਕਰਨਾ। एक कवि ने लिखा है, होने को तो इश्क हो जाता है, होने को तो इश्क हो जाता है, इश्क कमाने को अकल चाहिए। वो अकल दी लोड़ है वरतन दी कि किहड़े मौके ते मैं अपने प्रीतम दे नाल, अपने परिवार दे नाल प्रेम दा किहड़ा रूप मैं पेश करना है, किहड़ा रूप दर्शाउणा है ਤੇ ਕਿਹੜਾ ਰੂਪ ਮੈਂ ਪ੍ਰਾਪਤ ਕਰਨਾ ਹੈ ਅਤੇ ਕੌਣ ਕਿਸ ਤਰ੍ਹਾਂ ਦਾ ਪ੍ਰੇਮ ਕਰ ਰਿਹਾ। ਅੰਦਰ ਖਾਲੀ ਪ੍ਰੇਮ ਬਿਨ, ਅੰਦਰ ਖਾਲੀ ਪ੍ਰੇਮ ਬਿਨ ਢਹਿ ਢੇਰੀ ਤਨ ਛਾਰ। ਜਿਹਦੇ ਅੰਦਰ ਪ੍ਰੇਮ ਨਹੀਂ ਹੈਗਾ ਨਾ, ਉਹ ਤੇ ਸਵਾਦ ਦੀ ਢੇਰੀ ਵਾਂਗੂ ਹੈ, ਖਾਲੀ ਹੈ। ਜਿਹੜੀ ਤੁਕ 10ਵੇਂ ਪਾਤਸ਼ਾਹ ਜੀ ਦੀ ਮੈਂ ਆਪ ਜੀ ਨੂੰ ਬੇਨਤੀ ਕੀਤੀ ਸੀ, ਸੋ ਨਰ ਮੁਗੜ ਵਿਖੈ ਕਹੀਐ ਜਗ, ਜੋ ਨਰ ਰੰਚ ਨਾ ਪ੍ਰੀਤ ਪਛਾਨ। ਹੁਣ ਪ੍ਰੇਮ ਦੀ ਵਿਆਖਿਆ ਤਾਂ ਹੋ ਹੀ ਨਹੀਂ ਸਕਦੀ, ਪਰ ਜਿੰਨੀ ਜਿੰਨੀ ਕੁ ਹੋਵੇ, ਜਿੰਨੀ ਜਿੰਨੀ ਕੁ ਆਪਾਂ ਨੂੰ ਸਮਝ ਆਵੇ, ਉਹਨਾਂ ਕੁ ਆਪਾਂ ਪ੍ਰੇਮ ਤੋਂ ਲਾਭ ਲੈ ਲਈਏ ਤਾਂ ਵਧੀਆ ਗੱਲ ਹੈ। ਸੋ ਸਾਧ ਸੰਗਤ ਜੀ, ਪ੍ਰੇਮ ਦੇ ਨਾਲ ਆਪਾਂ ਜੇ ਤੁਸੀਂ ਧਿਆਨ ਨਾਲ ਦੇਖੋ, ਪ੍ਰੇਮ ਕਰਕੇ ਆਪਾਂ ਵੱਡੇ ਵੱਡੇ ਖੂਨੀ ਜਾਨਵਰਾਂ ਨੂੰ ਮੋਹ ਸਕਦੇ ਹਾਂ। ਲੋਕਾਂ ਨੇ ਸ਼ੇਰ ਪਾਲਤੂ ਰੱਖੇ ਨੇ, ਕੁੱਤੇ ਪਾਲਤੂ ਰੱਖੇ ਨੇ, ਸੱਪ ਪਾਲਤੂ ਰੱਖੇ ਨੇ। ਪੱਪੇ ਤੋਂ ਹੀ ਪਾਲਤੂ ਬਣਦਾ ਨਾ, ਅਤੇ ਉਹਨਾਂ ਨੂੰ ਪਿਆਰ ਕਰਦੇ ਨੇ, ਉਹਨਾਂ ਦੀਆਂ ਲੋੜਾਂ ਪੂਰੀਆਂ ਕਰਦੇ ਨੇ, ਅਤੇ ਉਹ ਵੀ ਪਿੱਛੇ ਪਿੱਛੇ ਤੁਰੇ ਫਿਰਦੇ ਨੇ। ਸੋ ਇਸ ਕਰਕੇ ਪ੍ਰੇਮ ਵਧਾਉਣ ਦੀ ਲੋੜ ਹੈ, ਅਤੇ ਸਤਿਗੁਰੂ ਦੇ ਚਰਨੀ ਲੱਗ ਕੇ ਪ੍ਰੇਮ ਆਪਣੇ ਮਨ ਵਿੱਚ, ਪ੍ਰੇਮ ਆਪਣੇ ਪਰਿਵਾਰ ਵਿੱਚ ਆਪਾਂ ਨੂੰ ਪੱਪਾ ਪ੍ਰੇਮ ਅਤੇ ਪੱਪਾ ਪ੍ਰਫੁੱਲਿਤ ਕਰਨ ਦੀ ਲੋੜ ਹੈ। ਇਹ ਕਰੋ, ਇਹਦੇ ਨਾਲ ਪ੍ਰੇਮ ਕਰਨ ਨਾਲ ਕਿਸੇ ਨੂੰ ਵੀ ਮੋਹਿਆ ਜਾ ਸਕਦਾ। ਜੇ ਉਹ ਵੀ ਇਹ ਪਹਿਚਾਣੇ ਕਿ ਤੁਸੀਂ ਪ੍ਰੇਮ ਕਰਦੇ ਹੋ, ਜੇ ਉਹਨੂੰ ਇਹ ਨਹੀਂ ਪਹਿਚਾਣ ਆਉਂਦੀ ਤਾਂ ਫਿਰ ਤਾਂ ਔਖੀ ਗੱਲ ਹੈ। ਜੇ ਉਹ ਵੀ ਅੱਗੋਂ ਪ੍ਰੇਮ ਕਰਦਾ ਹੋਵੇ ਫਿਰ ਤਾਂ ਗੱਲ ਹੀ ਕਿਆ ਹੈ। ਔਰ ਸਿੱਖੀ ਦੇ ਵਿੱਚ ਵੀ ਪ੍ਰੇਮਾ ਭਗਤੀ ਸਰਵੋਤਮ ਹੈ। ਕਹਿ ਕਬੀਰ ਜਨ ਭਏ ਖਾਲਸੇ, ਪ੍ਰੇਮ ਭਗਤ ਜਿਹ ਜਾਨੀ। ਜਿਨ੍ਹਾਂ ਨੇ ਪ੍ਰੇਮਾ ਭਗਤੀ ਕੀਤੀ ਹੈ ਉਹਨਾਂ ਨੂੰ ਅਸਲੀ ਖਾਲਸੇ, ਅਸਲੀ ਨਿਰਮਲ, ਉਹਨਾਂ ਨੂੰ ਗੁਰਬਾਣੀ ਅਨੁਸਾਰ ਮੰਨਿਆ ਗਿਆ। ਭਾਵੇਂ ਕਬੀਰ ਜੀ ਦਾ ਸ਼ਬਦ ਹੈ, ਪਰ ਇਹਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਦੋਂ ਥਾਂ ਦਿੱਤਾ ਗਿਆ ਤਾਂ ਸਾਡੇ ਲਈ ਇਹ ਵੀ ਸਤਿਕਾਰਯੋਗ ਅਤੇ ਪ੍ਰਵਾਨਯੋਗ ਹੈ। ਸੋ ਸਾਧ ਸੰਗਤ ਜੀ, ਆਪਾਂ ਵੀ ਕਾਲ ਕਲੇਸ਼ ਮਿਟਾਏ ਸਤਿਗੁਰ, ਕਲੇਸ਼ ਮਿਟਾਉਣ ਵਾਸਤੇ ਆਪਾਂ ਵੀ ਪ੍ਰੇਮ ਵਧਾਉਣਾ ਸ਼ੁਰੂ ਕਰੀਏ। ਪ੍ਰੇਮ ਨਾਲ ਹੀ ਗੱਲ ਬਣਨੀ ਹੈ, ਪ੍ਰੇਮ ਤੋਂ ਬਿਨਾਂ ਨਹੀਂ ਬਣਨੀ। ਪ੍ਰੇਮ ਵਧਾਈਏ, ਪ੍ਰੇਮ ਦੇ ਵਿੱਚ ਜਿਹਨੂੰ ਆਪਾਂ ਪ੍ਰੇਮ ਕਰਦੇ ਹੋਈਏ ਉਹਦੀ ਗੱਲ ਮੋੜੀ ਨਹੀਂ ਜਾਂਦੀ। ਇਹ ਗੱਲ ਧਿਆਨ 'ਚ ਕਰਨ ਦੀ ਲੋੜ ਹੈ ਕਿ ਜਿਹਨੂੰ ਪ੍ਰੇਮ ਕਰਦੇ ਹੋਈਏ ਉਹਦੀ ਗੱਲ ਤਾਂ ਬਿਨਾਂ ਸੋਚੇ ਤੋਂ ਹੀ ਮੰਨੀ ਜਾਂਦੀ ਹੈ, ਮੋੜੀ ਨਹੀਂ ਜਾਂਦੀ।
ਆਪਾਂ ਵੀ ਪ੍ਰੇਮ ਕਰਨਾ ਸ਼ੁਰੂ ਕਰੀਏ ਨਾ। ਕਿਉਂਕਿ ਆਪਣੇ ਘਰਾਂ ਵਿੱਚ ਕਲੇਸ਼ ਪੈਂਦੇ ਨੇ ਤਾਂ ਇੱਕ ਦੂਸਰੇ ਦੀ ਗੱਲ ਨਾ ਮੰਨਣ ਕਰਕੇ ਕਲੇਸ਼ ਪੈਂਦੇ ਨੇ। ਜਦੋਂ ਆਪਾਂ ਇੱਕ ਦੂਸਰੇ ਦੀ ਗੱਲ ਮੰਨਣੀ ਸ਼ੁਰੂ ਕਰ ਦਈਏ ਤਾਂ ਆਪੇ ਕਲੇਸ਼ ਮੁੱਕ ਜਾਣਗੇ ਨਾ। ਕਲੇਸ਼ ਮੁੱਕ ਜਾਣਗੇ ਤੇ ਸ਼ਾਂਤੀ ਹੋ ਜਾਏਗੀ। ਕਿਉਂਕਿ ਕਲੇਸ਼ ਜਿਹੜਾ ਉਹ ਇਸ ਸੰਸਾਰ ਦੇ ਉੱਤੇ ਪਰਿਵਾਰ ਦੇ ਵਿੱਚ ਪਿਆ ਹੋਇਆ ਕਲੇਸ਼ ਨਰਕ ਸਮਾਨ ਹੈ। ਅਗਲਾ ਨਰਕ ਤੇ ਉੱਥੇ ਜਾ ਕੇ ਪਤਾ ਲੱਗਦਾ ਹੈ। ਇੱਥੇ ਵੀ ਨਰਕ ਸਮਾਨ ਹੈ, ਜਿੱਥੇ ਹਰ ਵੇਲੇ ਜੁੱਤੀਓ ਜੁੱਤੀ, ਗਾਲੀਓ ਗਾਲੀ, ਤਾਨੇ ਮਿਹਣੇ ਚੱਲਦੇ ਨੇ। ਉਹ ਨਰਕ ਤੋਂ ਘੱਟ ਨਹੀਂ ਹੈਗਾ ਉਸ ਸਥਾਨ। ਉਸ ਨਰਕ ਨੂੰ ਆਪਾਂ ਸਵਰਗ ਵਿੱਚ ਪਰਿਵਰਤਿਤ ਕਰ ਦਈਏ। ਆਪਣੇ ਪਰਿਵਾਰ ਦੇ ਵਿੱਚ ਆਪਾਂ ਮਿੱਠੇ ਬਚਨ ਬੋਲਣੇ ਸ਼ੁਰੂ ਕਰੀਏ। ਗੁਰੂ ਕਾ ਬਚਨ ਮੰਨਦੇ ਹੋਏ ਮਿੱਠਾ ਬੋਲੇ ਨਿਵ ਚਲੇ, ਹੱਥੋਂ ਪੀ ਕਿਛ ਦੇ, ਰੱਬ ਤਿਨਾਂ ਦੀ ਬੁੱਕਲੇ, ਜੰਗਲ ਕਿਆ ਟੂਡੇ। ਇਹ ਕਿਸੇ ਕਵੀ ਦਾ ਲਿਖਿਆ ਹੈ। ਭਾਵ ਉਹ ਹੀ ਹੈ ਕਿ ਜੇ ਤੂੰ ਮਿੱਠਾ ਬੋਲਦਾ ਹੈ, ਸੱਚੇ ਪਾਤਸ਼ਾਹ ਦਾ ਬਚਨ ਹੈ, ਨਿਵਣ ਸੋ ਅੱਖਰ ਖਿਵਣ ਗੁਣ, ਜੇ ਬਾ ਮਣੀਆਂ ਮੰਤ, ਇਹ ਤਰ੍ਹਾਂ ਭੈਣੇ ਵੇਸ ਕਰ, ਤਾਂ ਵਾਸਿਆ ਇਕੰਤ। ਹਿੱਕ ਫਿੱਕਾ ਨਾ ਗਲ ਆਏ, ਸਭਨਾ ਮੈਂ ਸੱਚਾ ਤਣੀ। ਆਪਾਂ ਵੀ ਮਿੱਠਾ ਬੋਲਣਾ ਸ਼ੁਰੂ ਕਰੀਏ। ਕਿਸੇ ਤੋਂ ਗਲਤੀ ਹੋ ਜਾਵੇ, ਕਦੀ ਕਦਾਈ ਜਾਣ ਕੇ ਹੋ ਜਾਏ, ਭੁਲੇਖੇ ਨਾਲ ਹੋ ਜਾਵੇ, ਉਹਨੂੰ ਖਿਮਾ ਕਰੀਏ। ਕੌੜੇ ਬਚਨ ਤਾਨੇ ਮਿਹਣੇ ਨਾ ਦਈਏ, ਗੱਲ ਸਮਝਾਉਣ ਦਾ ਯਤਨ ਕਰੀਏ। ਜਦੋਂ ਆਪਾਂ ਇਹ ਆਨੇ ਨਾ, ਤੈਨੂੰ ਤੇ ਆਉਂਦਾ ਹੀ ਕੱਖ ਨਹੀਂ, ਤੈਨੂੰ ਅਕਲ ਹੀ ਨਹੀਂ, ਤੈਨੂੰ ਤੇ ਆਉਣਾ ਹੀ ਨਹੀਂ, ਉਹ ਜਿੰਨਾ ਕੁ ਆਉਂਦਾ ਹੁੰਦਾ ਉਹਨੂੰ ਉਹ ਵੀ ਭੁੱਲ ਜਾਂਦਾ। ਉਹਦੀ ਬਜਾਏ ਜੇ ਆਪਾਂ ਸਮਝਾਈਏ ਕਿ ਆਹ ਕੰਮ ਇਸ ਤਰ੍ਹਾਂ ਨਹੀਂ, ਇਸ ਤਰ੍ਹਾਂ ਕਰਨਾ। ਆਪਾਂ ਸਾਰਿਆਂ ਦੇ ਵਿੱਚ, ਹਰ ਮਨੁੱਖ ਦੇ ਵਿੱਚ, ਹਰ ਜੀਵ ਜੰਤੂ ਦੇ ਵਿੱਚ ਕੁਛ ਐਸੀਆਂ ਗੱਲਾਂ ਨੇ ਜਿਹੜੀਆਂ ਸਾਨੂੰ ਨਹੀਂ ਆਉਂਦੀਆਂ। ਉਹ ਸਾਨੂੰ ਕੋਈ ਸਿਖਾ ਦੇਵੇ ਤਾਂ ਆਪਾਂ ਨੂੰ ਸਿੱਖ ਲੈਣੀਆਂ ਚਾਹੀਦੀਆਂ ਨੇ। ਪਰ ਸੰਪੂਰਨ ਤਾਂ ਕੋਈ ਵੀ ਨਹੀਂ ਹੈਗਾ ਸਾਡੇ ਵਿੱਚੋਂ। ਜਦੋਂ ਸਾਡੇ 'ਚੋਂ ਸੰਪੂਰਨ ਨਹੀਂ, ਆਪਾਂ ਇਹ ਪ੍ਰਵਾਨ ਕਰ ਲਈਏ ਕਿ ਮੈਨੂੰ ਦਾਲ ਵਧੀਆ ਨਹੀਂ ਬਣਾਉਣੀ ਆਉਂਦੀ ਪਰ ਮੈਨੂੰ ਰੋਟੀ ਪਕਾਉਣੀ ਆਉਂਦੀ ਹੈ। ਦੂਸਰਾ ਜਣਾ ਪ੍ਰਵਾਨ ਕਰ ਲੈਂਦਾ ਕਿ ਮੈਨੂੰ ਰੋਟੀ ਪਕਾਉਣੀ ਆਉਂਦੀ, ਮੈਨੂੰ ਦਾਲ ਨਹੀਂ ਵਧੀਆ ਬਣਾਉਣੀ ਆਉਂਦੀ। ਤੀਸਰਾ ਕਹਿੰਦਾ ਕਿ ਮੈਨੂੰ ਦਾਲ ਬਣਾਉਣੀ ਆਉਂਦੀ ਹੈ, ਮੈਨੂੰ ਜਲੇਬੀਆਂ ਨਹੀਂ ਬਣਾਉਣੀਆਂ ਆਉਂਦੀਆਂ। ਇਹਦਾ ਮਤਲਬ ਇੱਕ ਇੱਕ ਚੀਜ਼ ਦੀ ਕਮੀ ਹੈਗੀ ਹੈ ਨਾ। ਕਿਸੇ ਨੂੰ ਕਾਰ ਚਲਾਉਣੀ ਨਹੀਂ ਆਉਂਦੀ, ਕਿਸੇ ਨੂੰ ਟਰੱਕ ਚਲਾਉਣਾ ਨਹੀਂ ਆਉਂਦਾ, ਕਿਸੇ ਨੂੰ ਹਵਾਈ ਜਹਾਜ਼ ਨਹੀਂ ਆਉਂਦਾ, ਕਿਸੇ ਨੂੰ ਸਾਈਕਲ ਵੀ ਨਹੀਂ ਆਉਂਦਾ ਮੇਰੇ ਵਾਂਗੂ। ਇਹ ਕੋਈ ਨਾ ਕੋਈ ਚੀਜ਼ਾਂ ਦੀ ਕਮੀ ਤਾਂ ਰਹਿੰਦੀ ਹੈ ਹਰ ਮਨੁੱਖ ਦੇ ਵਿੱਚ। ਇਸ ਕਰਕੇ ਕੋਈ ਵੀ ਸੰਪੂਰਨ ਨਹੀਂ ਹੈਗਾ। ਜਿਹੜੇ ਇੱਕ ਜਣੇ ਨੂੰ, ਜਿਹਨੂੰ ਇੱਕ ਚੀਜ਼ ਆਉਂਦੀ ਹੈ ਅਤੇ ਦੂਸਰੇ ਨੂੰ ਨਹੀਂ ਆਉਂਦੀ, ਉਹ ਸੋਚਦਾ ਕਿ ਮੈਨੂੰ ਆਉਂਦੀ ਅਤੇ ਇਹਨੂੰ ਕਿਉਂ ਨਹੀਂ ਆਉਂਦੀ, ਇਹਨੂੰ ਆਉਣੀ ਹੀ ਚਾਹੀਦੀ ਹੈ। ਇਹਨੂੰ ਇਹ ਨਹੀਂ ਪਤਾ ਲੱਗਦਾ ਕਿ ਕਈ ਚੀਜ਼ਾਂ ਮੈਨੂੰ ਵੀ ਤਾਂ ਨਹੀਂ ਆਉਂਦੀਆਂ। ਅਤੇ ਹਰ ਮਨੁੱਖ ਦੀ ਇੱਕ ਵਿਸ਼ੇਸ਼ਤਾ, ਇੱਕ ਯੋਗਤਾ ਹੁੰਦੀ ਹੈ ਕਿ ਜਿਸ ਕੰਮ ਦੇ ਵਿੱਚ ਉਹ ਵਿਸ਼ੇਸ਼ਤਾ ਪਾ ਕੇ ਉਹ ਮਹਾਰਤ ਹਾਸਲ ਕਰ ਸਕਦਾ ਹੈ, ਉਸ ਕੰਮ ਦੇ ਵਿੱਚ ਹੀ ਉਹ ਅੱਗੇ ਵੱਧ ਸਕਦਾ ਹੈ। ਹਰ ਕੰਮ ਦੇ ਵਿੱਚ ਹਰ ਮਨੁੱਖ ਅੱਗੇ ਨਹੀਂ ਵੱਧ ਸਕਦਾ। ਜਿਹੜੇ ਤੁਸੀਂ ਅਖਬਾਰਾਂ ਵਿੱਚ ਪੜ੍ਹਦੇ ਹੋ ਜਾਂ ਮੀਡੀਆ ਵਿੱਚ ਪੜ੍ਹਦੇ ਜਾਂ ਕਿਤੇ ਸੁਣਦੇ ਹੋ ਕਿ ਉਹ ਨਹੀਂ ਕੋਸ਼ਿਸ਼ ਕਰਨੀ ਚਾਹੀਦੀ ਹੈ, ਕੋਸ਼ਿਸ਼ ਕੀਤਿਆਂ ਸਭ ਕੁਛ ਪ੍ਰਾਪਤ ਹੋ ਜਾਂਦਾ, ਜੋ ਚਾਹੇ ਮਨੁੱਖ ਕਰ ਸਕਦਾ ਹੈ ਉਹ ਮਿਹਨਤ ਕਰਕੇ। ਵਾਧੂ ਗੱਲਾਂ ਨੇ, ਇਹਨਾਂ ਝੂਠਾਂ ਦੇ ਵਿੱਚ ਫਸਣ ਦੀ ਲੋੜ ਨਹੀਂ ਗੀ। ਜੋ ਚਾਹੇ ਸਾਨੂੰ ਨਹੀਂ ਪ੍ਰਾਪਤ ਹੋ ਸਕਦਾ। ਸਾਨੂੰ ਤਾਂ ਇੱਕ ਸੀਮਾ ਤੱਕ ਹੀ ਇੱਕ ਚੀਜ਼, ਕੋਈ ਮਤਲਬ ਵਿਸ਼ੇਸ਼ ਪ੍ਰਕਾਰ ਦੀਆਂ ਕੁਛ ਚੀਜ਼ਾਂ ਸਾਨੂੰ ਪ੍ਰਾਪਤ ਹੋ ਸਕਦੀਆਂ ਨੇ। ਉਹਦੇ ਵਾਸਤੇ ਸਾਨੂੰ ਵੱਖਰੀ ਵੱਖਰੀ ਮਿਹਨਤ ਕਰਨੀ ਪੈਂਦੀ ਹੈ। ਸੋ ਸਾਧ ਸੰਗਤ ਜੀ, ਆਪ ਜੀ ਇਹਨਾਂ ਚੀਜ਼ਾਂ ਵੱਲ ਉਚੇਚਾ ਧਿਆਨ ਦਿਓ ਜਿਹੜੀਆਂ ਪਿਛਲੇ ਕੁਛ ਦਿਨਾਂ ਵਿੱਚ ਮੈਂ ਬੇਨਤੀਆਂ ਕੀਤੀਆਂ ਨੇ। ਮਿੱਠਾ ਬੋਲਣਾ, ਕਿਸੇ ਨੂੰ ਖਿਮਾ ਕਰ ਦੇਣਾ, ਨਿਮਰਤਾ ਰੱਖਣੀ ਹੈ, ਸੰਤੋਖ ਸੰਜਮ ਰੱਖਣਾ ਅਤੇ ਤਾਨੇ ਮਿਹਣੇ ਨਹੀਂ ਦੇਣੇ, ਕਿਸੇ ਨੂੰ ਚੁਭਵੀਆਂ ਗੱਲਾਂ ਨਹੀਂ ਕਰਨੀਆਂ, ਜਨਾਨੀਆਂ ਨੂੰ ਕੁੱਟਣਾ ਨਹੀਂ ਹੈਗਾ, ਕਿਸੇ ਦੇ ਗੁਣ ਵੇਖ ਕੇ ਉਹਦੀ ਸ਼ੋਭਾ ਕਰਨੀ ਹੈ, ਕੋਈ ਵੀ ਹੈ ਭਾਵੇਂ। ਅਤੇ ਔਗਣ
ਜਿਹੜੇ ਨੇ ਉਹ ਭੁਲਾਉਣ ਦੀ ਕੋਸ਼ਿਸ਼ ਕਰਨੀ ਹੈ। ਕਿਸੇ ਦੀ ਗਲਤੀ ਕੀਤੀ ਭੁਲਾਉਣੀ ਹੈ, ਔਰ ਕਿਸੇ ਦੀ ਚੰਗੀ ਕੀਤੀ ਨੂੰ ਭੁਲਾਉਣਾ ਨਹੀਂ। ਉਹਦੀਆਂ ਜਦੋਂ ਆਪਣੇ ਆਪ ਨੂੰ ਗੁੱਸਾ ਆਵੇ ਕਿਸੇ 'ਤੇ, ਉਦੋਂ ਕਿਸੇ ਨੇ ਜਿੰਨੀਆਂ ਕਿ ਚੰਗੀਆਂ ਕੀਤੀਆਂ ਹੋਣ ਉਹ ਚੇਤਾ ਕਰਕੇ ਆਪਣੇ ਮਨ ਨੂੰ ਸੁਖੀ ਕਰ ਲੈਣਾ। ਕਿਉਂਕਿ ਬਾਣੀ ਵਿੱਚ ਲਿਖਿਆ ਹੋਇਆ, ਅਕਿਰਤ ਘਣਾ ਕਉ ਰੱਖੈ ਨਾ ਕੋਈ, ਨਰਕ ਘੋਰ ਮੈਂ ਪਾਵਣਾ। ਜੇ ਆਪਾਂ ਕਿਸੇ ਦੀ ਚੰਗੀ ਕੀਤੀ ਭੁੱਲ ਜਾਂਦੇ ਹਾਂ ਤਾਂ ਅਕਿਰਤ ਘਣ ਬਣ ਜਾਂਦੇ ਹਾਂ। ਇਸ ਤਰ੍ਹਾਂ ਕਰਕੇ ਆਪਾਂ ਇਹੋ ਜਿਹੇ ਗੁਣ ਜੇ ਧਾਰਨ ਕਰਾਂਗੇ, ਕਿਸੇ ਦੀ ਸ਼ੋਭਾ ਕਰਾਂਗੇ, ਤਾਂ ਪਿਆਰਿਓ ਫਿਰ ਜ਼ਰੂਰੀ ਗੱਲ ਹੈ ਕਿ ਆਪਾਂ ਨੂੰ ਪਰਿਵਾਰ ਦੇ ਵਿੱਚ ਪ੍ਰੇਮ ਦੀ ਪ੍ਰਾਪਤੀ ਹੋਵੇਗੀ ਹੀ ਹੋਵੇਗੀ। ਤੇ ਪ੍ਰੇਮ ਹੋਏਗਾ ਤਾਂ ਪ੍ਰਸੰਨਤਾ ਆਏਗੀ। ਪੱਪਾ ਪ੍ਰੇਮ, ਪੱਪਾ ਪ੍ਰਸੰਨਤਾ। ਤੇ ਪ੍ਰਸੰਨਤਾ ਆ ਗਈ ਤਾਂ ਸੁਖ ਹੋ ਗਏ ਨਾ। ਸੋ ਇਹ ਕਰਕੇ ਵੇਖੋ। ਇਹਨਾਂ ਪੇਜਾਂ ਉੱਤੇ ਸਮੇਂ-ਸਮੇਂ ਤੇ ਕੁਝ ਖਾਸ ਪੋਸਟਾਂ ਅਤੇ ਵੀਡੀਓ ਪਾਈਆਂ ਜਾਂਦੀਆਂ ਹਨ। ਇਹਨਾਂ ਪੇਜਾਂ ਨੂੰ ਲਾਈਕ ਕਰੋ ਅਤੇ ਨੋਟੀਫਿਕੇਸ਼ਨ ਬਟਨ ਨੂੰ ਦਬਾਓ ਤਾਂ ਕਿ ਇਸ ਤਰ੍ਹਾਂ ਦੀਆਂ ਕੁਝ ਹੋਰ ਖਾਸ ਪੋਸਟਾਂ ਅਤੇ ਵੀਡੀਓ ਦੀ ਜਾਣਕਾਰੀ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ।